सत श्री अकाल, स्वागत है। गौरव शुक्ला मैं हां तुहाडे नाल। इस बुलेटिन का आगाज करन जा रहे हां। सब तो पहला खबर लवांगे टांडा तो। टांडा दे विच किसानां ते बीजेपी वर्करां दे विचाले टकराव दी खबर सामने आ रही है। किसानां ने बीजेपी दे वर्करां दे उत्ते हमले का इल्जाम लगाया है। विवादित पोस्टर नूं लैके विवाद शुरू होया। दिल्ली जा रहे किसानां दे जत्थे दे विच पोस्टर सन। बीजेपी ने किसान जथेबंदियां दे इल्जाम नकार दिते ने। वड्डी खबर है इस समय दी, जो इल्जाम ने इस समय किसान जथेबंदियां दे आगुआं दे वल्लों इल्जाम बीजेपी दे वर्करां दे उत्ते लगाए गए ने। झड़प दी पूरी घटना सामने आई है। तुहानूं दस दईए टांडा तो उस दियां तस्वीरां असीं तुहानूं दिखा रहे हैं। किसानां ने बीजेपी दे वर्करां दे उत्ते इल्जाम लगाया। हालांकि तुहानूं दस दईए कि जो टांडा दे जो हुशियारपुर दे उस पूरे इलाके दे बीजेपी दे लीडर ने वो इल्जामां नूं नकार रहे ने। दिल्ली जा रहे किसानां दे जत्थे दे विच पोस्टर कुछ लगे हुए सी, जिस दे विच प्रधानमंत्री ते गृह मंत्री दा जिक्र सी ते उन्हां नूं लैके इतराज जताया गया। ते उस इतराज दे विचाले फिर इल्जाम ने किसान आगुआं दे कि उन्हां दे उत्ते हमला कर दिता गया बीजेपी वर्करां दे वल्लों। ते पूरा मामला पुलिस दे कोल पहुंच चुक्या। पुलिस दे अधिकारी भी इस पूरे मामले दे विच जांच पड़ताल दी कार्रवाई दा जिक्र कर रहे ने। पर इस सब दे विचाले बीजेपी दा पक्ष दसना भी जरूरी है, क्योंकि पूरे इल्जाम उन्हां दे उत्ते ने। बीजेपी दे आगू हुशियारपुर दे टांडा दे इल्जामां नूं सिरे तो नकार रहे ने। मुंडिया ਤੁਹਾਨੂੰ ਪਤਾ ਵੀ 2.5-3 ਮਹੀਨੇ ਤੋਂ ਲਗਾਤਾਰ ਜਿਹੜਾ हाँ जी। पहला अपना नाम की जी है जी? अपना नाम की जी? ਮੇਰਾ ਨਾਮ ਸਤਰਾਮ ਸਿੰਘ ਬਗੜੀਆਂ ਪਗੜੀ ਸੰਭਾਲ ਜੱਟਾਂ ਦਾ ਆਪਣਾ ਪ੍ਰਧਾਨ ਆ ਜੀ। ਅਸੀਂ ਮੋਦੀ ਦੇ ਜਿਹੜੇ ਆਰਡੀਨੈਂਸ ਲੈਂਦੇ ਆ ਮੋਦੀ ਸਰਕਾਰ ਨੇ, ਉਹਦੇ ਬਰਖਲਾਫ ਜਿਹੜਾ ਵਾ ਲਗਾਤਾਰ 3 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਜੱਦੋਜਹਿਦ ਕਰ ਰਹੀਆਂ ਕਿ ਇਹ ਕਿੱਦਾਂ ਆਰਡੀਨੈਂਸ ਕੈਂਸਲ ਕਰਵਾ ਲਿਆ। ਇਸੇ ਤਹਿਤ ਸਾਡਾ ਪਗੜੀ ਸੰਭਾਲ ਜੱਟਾਂ ਦਾ ਬੰਗਾਲਾ ਮੋਰਚੇ ਦੇ ਹੋਰ ਸਾਡੇ ਨਾਲ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਹਨ ਖਿਆਲੀ, ਅਸੀਂ ਮਾਨਸਾ ਟੋਲ ਪਲਾਜ਼ਾ ਧਰਨਾ ਲਾਇਆ ਹੋਇਆ। ਅਸੀਂ ਇੱਥੋਂ ਜਥੇ ਬਣਾ ਕੇ ਜਿਹੜੇ ਆ ਅਸੀਂ ਦਿੱਲੀ ਨੂੰ ਭੇਜਦੇ ਹਾਂ। ਤੇ ਉਹਨਾਂ ਜਥਿਆਂ ਦੇ ਵਿੱਚ ਜਿਹੜੇ ਆ ਪੋਸਟਰ ਲੱਗਦੇ ਨੇ ਉਹ ਮੋਦੀ ਦੇ ਬਰਖਲਾਫ ਲੱਗਦੇ ਨੇ। ਉਹਨਾਂ ਦੀਆਂ ਜਿਹੜੇ ਕਾਲੇ ਕਾਨੂੰਨ ਬਣਾਏ ਉਹਨਾਂ ਦੇ ਬਰਖਲਾਫ ਲੱਗਦੇ ਨੇ। ਉਹਨਾਂ ਦੀ ਸੋਚ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਬਰਖਲਾਫ ਲੱਗਦੇ ਨੇ ਇਹ ਜਿਹੜੇ ਪੋਸਟਰ ਨੇ। ਉਹ ਸਾਡੀ ਗੱਡੀ ਜਾ ਰਹੀ ਸੀ ਕਿਸਾਨ ਵੀਰਾਂ ਦੇ ਅੱਜ, ਜਿਹਨੂੰ ਅੱਜ ਇੱਥੇ ਮਕੇਰੀਆਂ ਵਿਖੇ ਇੱਕ ਬੈਨੀ ਠਾਕਰ ਨੂੰ ਹਾਦਸਾ ਕੋਈ ਉਹ ਬੀਜੇਪੀ ਦਾ ਬੰਦਾ ਉਹਨੇ ਡਾਕਿਆ ਸਾਡੇ ਕਿਸਾਨ ਵੀਰਾਂ ਦੇ ਨਾਲ ਉਹਨੇ ਗੁੰਡਾਗਰਦੀ ਕੀਤੀ ਹੈ। ਚਾਬੀ ਉਹਦੀ ਗੱਡੀ ਦੀ ਖੋਈ ਆ। ਬਾਅਦ 'ਚ ਉਹਦੀ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਆ। ਇਹ ਜਦੋਂ ਸਾਡੇ ਸਾਰੇ ਕਿਸਾਨ ਜਥੇਬੰਦੀ ਨੂੰ ਪਤਾ ਲੱਗਾ ਤਾਂ ਸਾਡੇ ਸਾਰੇ ਕਿਸਾਨ ਵੀਰ ਜਿਹੜੇ ਆ ਇੱਥੇ ਮਕੇਰੀ ਵਿਖੇ ਪਹੁੰਚੇ ਨੇ। ਹੁਣ ਅਸੀਂ ਸਿਵਲ ਹਸਪੀਟਲ ਆ ਆਪਣੇ ਜਿਹੜੇ ਕਿਸਾਨ ਵੀਰ ਆ ਉਹ ਬਿਲਕੁਲ ਜਿਹੜੇ ਆ ਉਹ ਮਤਲਬ ਡਰੇ ਹੋਏ ਸੀਗੇ। ਉਹਨਾਂ ਨੂੰ ਆ ਕੇ ਅਸੀਂ ਜਿਹੜਾ ਵਾ ਉਹ ਮਤਲਬ ਸਥਿਰ ਹਾਲਤ ਦੇ ਵਿੱਚ ਕਰਕੇ ਉਹਨੂੰ ਇੱਥੇ ਲੈ ਕੇ ਆਏ ਹਸਪੀਟਲ। ਜੇ ਕਿਤੇ ਅਸੀਂ ਗੱਲ ਕਰੀਏ ਸਾਡੇ ਮਾਨਸਾ ਟੂਲ ਪਲਾਜ਼ੇ ਤੇ ਬੜੇ ਇਦਾਂ ਦੇ ਕਾਂਡ ਹੋ ਚਲੇ। ਪਿੱਛੇ ਜੇ ਕੋਈ ਲੇਡੀਜ਼ ਆਈ ਸੀਗੀ, ਉਹਨੇ ਜੁੱਤੀਆਂ ਦਾ ਹਾਰ ਜਿਹੜਾ ਲਾਇਆ ਮੋਦੀ ਤੋਂ। ਫਿਰ ਇੱਕ ਕੋਈ ਕੀ ਕਹਿੰਦੇ ਫੌਜੀ CRP ਦਾ ਕੋਈ ਸੀਗਾ ਜਵਾਨ, ਉਹਨੇ ਬੜੀ ਬਦਤਮੀਜ਼ੀ ਨਾਲ ਏਦਾਂ ਬਾਰ-ਬਾਰ ਘਟਨਾ ਹੁੰਦੀਆਂ। ਕੀ ਘਟਨਾ ਹੈ, ਤੁਸੀਂ ਕੀ ਕਰਦੇ? ਇਹ ਜਿਹੜੀ ਸੋਚੀ ਸਮਝੀ ਜਿਹੜੀ ਸਾਜ਼ਿਸ਼ ਹੈ ਇਹਨਾਂ ਲੋਕਾਂ ਦੀ, ਇਹ ਕੋਹ ਜਿਹੜੇ ਆ ਪਾਲੇ ਹੋਏ ਗੁੰਡੇ ਜਿਹੜੇ ਇਦਾਂ ਦੇ ਹੁੰਦੇ, ਇਹ ਲਗਾਤਾਰ ਜਿਹੜੀਆਂ ਸ਼ਰਾਬਾਂ ਸਾਡੇ ਸਿੱਖ ਨੇ ਮੁਸਲਮਾਨ ਸਾਰੇ वर्करां दे उत्ते इल्जाम लगे ने। पर इस सब दे विचाले बीजेपी दे आगू जिहड़े स्थानक उत्थे दे आगू ने ਉਹ ਇਹਨਾਂ ਇਲਜ਼ਾਮਾਂ ਦੇ ਉੱਤੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਅਸੀਂ ਇਸ ਘਟਨਾ ਦੀ ਪੁਰਜ਼ੋਰ ਆਪਣੀ ਪਾਰਟੀ ਵੱਲੋਂ ਨਿਖੇਧੀ ਕਰਦੇ ਹਾਂ ਕਿ ਜੋ ਹੋਇਆ ਗਲਤ ਹੋਇਆ। ਔਰ ਸਾਡੀ ਜਾਣਕਾਰੀ ਦੇ ਮੁਤਾਬਕ ਇਸ ਦੇ ਵਿੱਚ ਸਾਡਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਇਨਵੋਲਵ ਨਹੀਂ ਹੈ। ਅਸੀਂ ਜ਼ੋਰ ਨਾਲ ਆਪਣੇ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੇ ਹਾਂ। ਔਰ ਅਸੀਂ ਤਾਂ ਕਿਸਾਨਾਂ ਦੇ ਨਾਲ ਆ, ਕਿਸਾਨ ਕੋ ਸਾਤੋਂ ਬਾਹਰ ਨਹੀਂ। ਅਸੀਂ ਮਤਲਬ ਬਿਲਕੁਲ ਉਹਨਾਂ ਦੇ ਹਮਦਰਦ ਹਾਂ। ਕਿਸਾਨ ਸਾਡੇ ਭਰਾ ਆ, ਉਹਨਾਂ ਦਾ ਠੀਕ ਹੈ, ਜਾਇਜ਼ ਆ ਉਹਨਾਂ ਦਾ ਸੰਘਰਸ਼ ਕਰਨਾ। ਉਹਦੇ ਵਿੱਚ ਇਸ ਅੱਜ ਦੇ ਝਗੜੇ ਦੇ ਵਿੱਚ ਸਾਡਾ ਮਤਲਬ ਪਾਰਟੀ ਦਾ ਕੋਈ ਕਾਰਜਕਰਤਾ ਵੀ ਦੂਰ ਦੂਰ ਤੱਕ ਇਸ ਝਗੜੇ ਵਿੱਚ ਇਨਵੋਲਵ ਨਹੀਂ। ਮੈਂ ਡੰਕੇ ਦੀ ਚੋਟ ਨਾਲ ਇਹ ਗੱਲ ਕਹਿ ਸਕਦਾ। ਸਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਬੀਜੇਪੀ ਦੇ ਲੀਡਰਾਂ ਨੂੰ ਕਿਹਾ ਜਾ ਰਿਹਾ ਸੀ ਸਾਡਾ ਮਕੇਰੀਆਂ ਹਲਕੇ ਦਾ ਕੋਈ ਕਾਰਜਕਰਤਾ ਨਹੀਂ। ਬਾਕੀ ਸਾਨੂੰ ਇਹ ਪਤਾ ਨਹੀਂ ਕਿੰਨੇ ਕੀਤਾ ਕੀ ਨਹੀਂ ਕੀਤਾ। ਇਸ ਗੱਲ ਦੀ ਘੋਖ ਜਿਹੜੀ ਆ ਸਰਕਾਰ ਕਰੇ, ਅਸੀਂ ਸਰਕਾਰ ਦੇ ਨਾਲ। ਠੀਕ ਹੈ। ਸਿਵਲ ਹਸਪਤਾਲ ਤੋਂ ਮਾਤਾ ਰਾਣੀ ਚੌਂਕ ਨੂੰ ਜਾ ਰਹੀ ਸੀ ਦਸੂਹਾ ਸਾਈਡ ਨੂੰ। ਉਹਦੇ ਪਿੱਛੇ ਕੁਝ ਪੋਸਟਰ ਲੱਗਿਆ ਜਿਹਦੇ ਉੱਪਰ ਕੁਝ ਸ਼ਬਦ ਲਿਖੇ ਹੋਏ ਸਨ। ਦੂਜੀ ਪਾਰਟੀ ਨੇ ਇਹਦੇ ਉੱਪਰ ਸ਼ਬਦਾਂ ਦੇ ਉੱਪਰ ਇਤਰਾਜ਼ ਜਤਾਇਆ ਤੇ ਜਿਨ੍ਹਾਂ ਦੇ ਆਪਸ ਵਿੱਚ ਬਹਿਸ ਹੋ ਗਈ ਤੇ ਲੜਾਈ ਝਗੜਾ ਹੋ ਗਿਆ।
मौके मुताबिक जो भी कानूनी कार्रवाई बनूगी वो की जाऊगी तो दोषियों खिलाफ सख्त कार्रवाई की जाऊगी। ਸਿੱਧਾ ਰੁਕ ਕਰਦੇ ਹਾਂ ਇਸ ਸਮੇਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਸਾਡੇ ਨਾਲ ਨੇ ਦੀਪਕ ਬਹਿਲ ਟਾਂਡਾ ਤੋਂ। ਦੀਪਕ, ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਹੈ, ਕਿਉਂਕਿ ਇਲਜ਼ਾਮ ਬੀਜੇਪੀ ਦੇ ਵਰਕਰਾਂ ਦੇ ਉੱਤੇ ਬੀਜੇਪੀ ਇਸ ਤੋਂ ਕਿਨਾਰਾ ਕਰ ਰਹੀ ਹੈ। जी गौरव, मैं सब तो पहले दसना चाहवागा कि यह घटना टांडा की बजाय मुकेरिया मानसर टोल प्लाजा की है। मैं दोबारा फिर दुरुस्त करना चाहवागा दर्शकों को कि घटना मुकेरिया टांडा रोड के उपर पैंदे मानसर टोल प्लाजा की है, जिथे की यह घटना है। उत्थे कुछ किसान जिहड़े आ दिल्ली ਸਿੰਘੂ ਬਾਰਡਰ ਦੇ ਉੱਤੇ ਧਰਨੇ ਲਈ ਜਾ ਰਹੇ ਸਨ ਕਿ ਅਚਾਨਕ ਉੱਥੇ 5-6 ਨੌਜਵਾਨ ਆਉਂਦੇ ਆ, ਉਸ ਕਾਰ ਨੂੰ ਘੇਰਦੇ ਆ, ਉਸ ਕਾਰ ਦੇ ਉੱਤੇ ਪੋਸਟਰ ਤੇ ਲੱਗੀ ਭੱਦੀ ਸ਼ਬਦਾਵਲੀ ਨੂੰ ਲੈ ਕੇ ਰਿਐਕਟ ਕਰਦੇ ਆ, ਜਿੱਥੋਂ ਦੋਨੋਂ ਪਾਰਟੀਆਂ ਦੇ ਵਿੱਚ ਤਨਾਜ਼ਾ ਪੈਦਾ ਹੋ ਜਾਂਦਾ ਹੈ। ਤਨਾਜ਼ੇ ਤੋਂ ਬਾਅਦ ਇੰਨਾ ਮਸਲਾ ਵੱਧ ਜਾਂਦਾ ਕਿ ਕਾਰ ਦੇ ਵਿੱਚੋਂ ਉਹ ਜਥੇਬੰਦੀਆਂ ਚਾਬੀ ਕੱਢ ਲੈਂਦੀਆਂ ਤੇ ਕਿਸਾਨਾਂ ਦੀ ਕੁੱਟਮਾਰ ਕਰਦੇ ਆ। ਕਿਸਾਨਾਂ ਦੀ ਕੁੱਟਮਾਰ ਤੋਂ ਬਾਅਦ ਉੱਥੇ ਹੋਰ ਕਿਸਾਨ, ਕਿਉਂਕਿ ਪਗੜੀ ਸੰਭਾਲ ਜੱਟਾ ਤੇ ਹੋਰ ਕਿਸਾਨਾਂ ਦਾ ਜਮਾਵੜਾ ਪਹਿਲਾਂ ਹੀ ਮਾਨਸਰ ਮੁਕੇਰੀਆਂ ਟੋਲ ਪਲਾਜ਼ਾ ਤੇ ਲੱਗਾ ਹੋਇਆ, ਜਿਸ ਤੋਂ ਬਾਅਦ ਘਟਨਾ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਲਾਤ ਏਦਾਂ ਦੇ ਬਣ ਗਏ ਆ ਤੇ ਆਪਣੇ ਕਿਸਾਨਾਂ ਦਾ ਪਿੱਛਾ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਆਗੂ ਤੇ ਕਿਸਾਨ ਵਰਕਰ ਜਿਹੜੇ ਧਰਨੇ ਤੇ ਬੈਠੇ ਆ, ਉਹ ਸਿਵਲ ਹਸਪੀਟਲ ਮੁਕੇਰੀਆਂ ਪਹੁੰਚ ਜਾਂਦੇ ਆ ਤੇ ਦੋਨੋਂ ਕਿਸਾਨ ਜਿਹੜੇ ਜ਼ਖਮੀ ਹੋਏ ਹੁੰਦੇ ਆ ਉਹਨਾਂ ਨੂੰ ਉੱਥੇ ਭਰਤੀ ਕਰਵਾਇਆ ਜਾਂਦਾ। ਭਰਤੀ ਤੋਂ ਬਾਅਦ ਪੁਲਿਸ ਨੂੰ ਜਿਹੜਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਹਦੇ ਵਿੱਚ 2 ਨਾਂ ਹੁਣ ਤੱਕ ਭਾਵੇਂ ਅਹਿਮ ਤੌਰ ਤੇ ਉਹਨਾਂ ਵੱਲੋਂ ਦੱਸੇ ਜਾ ਰਹੇ ਆ ਕਿ ਇਹ ਨਾਂ ਬੀਜੇਪੀ ਦੇ ਵਰਕਰਾਂ ਦੇ ਨਾਲ ਜੋੜੇ ਜਾ ਰਹੇ ਆ, ਪਰੰਤੂ ਬੀਜੇਪੀ ਦੇ ਸਥਾਨਕ ਨੇਤਾ ਜਿਹੜਾ ਹਲਕਾ ਇੰਚਾਰਜ ਨੇ ਮਿਸਟਰ ਜੰਗੀ ਲਾਲ ਮਹਾਜਨ, ਉਹਨਾਂ ਦਾ ਕਹਿਣਾ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਬੀਜੇਪੀ ਦੀ ਕੋਈ ਸ਼ਮੂਲੀਅਤ ਨਹੀਂ ਹੈ। ਉਹ ਇੱਕ ਪੋਸਟਰ ਨੂੰ ਲੈ ਕੇ ਵਿਵਾਦਤ ਪੋਸਟਰ ਜਿਹੜਾ ਕੇਂਦਰ ਸਰਕਾਰ ਦਾ ਬਣਾਇਆ ਗਿਆ ਸੀ, ਉਹਦੀਆਂ ਭਾਵਨਾਵਾਂ ਨੂੰ ਲੈ ਕੇ ਇਹ ਤਨਾਜ਼ਾ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਵੇਲੇ ਗਰਾਊਂਡ ਜ਼ੀਰੋ ਦੇ ਉੱਤੇ ਬਿਆਨ ਲਏ ਜਾ ਰਹੇ ਆ 2 ਜ਼ਖਮੀ ਕਿਸਾਨਾਂ ਦੇ, ਤੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਗੀ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਉਹਨਾਂ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਿਸਾਨ ਇਸ ਵੇਲੇ ਦੀ ਪੁਲਿਸ ਸਟੇਸ਼ਨ ਅਤੇ ਖਾਸ ਤੌਰ ਤੇ ਸਿਵਲ ਹਸਪੀਟਲ ਮੁਕੇਰੀਆਂ ਜਿੱਥੇ ਦੀ ਇਹ ਘਟਨਾ ਹੈ ਉੱਥੇ ਇਸ ਵੇਲੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਉਹਨਾਂ ਦਾ ਮਾਮਲਾ ਹੈ ਕਿ 307 ਦਾ ਮਾਮਲਾ ਦਰਜ ਕੀਤਾ ਜਾਏ, ਕਿਉਂਕਿ ਕਾਤਲਾਨਾ ਹਮਲਾ, ਜਦ ਕਿ ਪੁਲਿਸ ਅਜੇ ਕੁਝ ਧਾਰਾਵਾਂ ਲਗਾਉਣ ਲਈ ਤੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਖਾਸ ਤੌਰ ਦੇ ਵਿੱਚ ਇਸ ਗੱਲ ਦੀ ਚਾਰਾਜੋਈ ਕਰ ਰਹੀ ਹੈ। ਜੀ शुक्रिया दीपक, धन्यवाद इस पूरी गलबात दे लई। तां पुलिस इस पूरे मामले दे विच तफ्तीश दा जिक्र कर रही है, पर बीजेपी दे वर्करां दे उत्ते इल्जाम कि उन्हां दे वल्लों यह हमला किया गया, किसान आगू जो इल्जाम लगा रहे हैं। हालांकि बीजेपी इस जरूर कह रही है, एक बार मैं भी अपडेट कर देवां कि पूरा मामला मुकेरियां दा है, मुकेरियां दे टोल प्लाजे दा, जिस तरीके नाल मुकेरियां रोड दे उत्ते जिहड़ा टोल प्लाजा उसदा ये पूरा मामला, जिवें मेरे सहयोगी भी सानूं दस रहे सन, तां लाजमी तौर ते हुण देखना होएगा कि पुलिस इस दे विच की कुछ कार्रवाई करदी है। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। 14 ਦਸੰਬਰ ਨੂੰ ਕਿਸਾਨ ਆਗੂ ਭੁੱਖ ਹੜਤਾਲ ਕਰਨਗੇ। ਜੀ ਹਾਂ, ਕਿਸਾਨ ਆਗੂਆਂ ਦੀ ਇੱਕ ਵਾਰ ਮੁੜ ਤੋਂ ਸਿੰਘੂ ਬਾਰਡਰ ਦੇ ਉੱਤੇ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਅੱਗੇ ਦੇ ਪ੍ਰੋਗਰਾਮ ਦਾ, ਅੱਗੇ ਦੇ ਅੰਦੋਲਨ ਦੇ ਪ੍ਰੋਗਰਾਮ ਦਾ। 32 ਕਿਸਾਨ ਜਥੇਬੰਦੀਆਂ ਭੁੱਖ ਹੜਤਾਲ ਕਰਨਗੀਆਂ। 14 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ ਜਾਏਗਾ। ਸਰਕਾਰ ਦੇ ਨਾਲ ਬੈਠਕ ਕਰਨ ਦੇ ਲਈ ਵੀ ਕਿਸਾਨ ਤਿਆਰ ਨੇ। ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਕਿਹਾ ਕਿ ਸਰਕਾਰ ਨੇ ਰਸਮੀ ਤੌਰ ਤੇ ਅਜੇ ਤੱਕ ਕੋਈ ਵੀ ਸੱਦਾ ਨਹੀਂ ਭੇਜਿਆ। ਤਿੰਨੇ ਕਾਨੂੰਨ ਰੱਦ ਹੋਣ, ਸੋਧ ਮਨਜ਼ੂਰ ਨਹੀਂ ਹੈ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਹਾਂ। ਇਹ ਵੀ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ। ਸਰਕਾਰ ਨੇ ਅੰਦੋਲਨ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਤੇ ਇਲਜ਼ਾਮ ਨੇ ਕਿਸਾਨਾਂ ਦੇ ਵਿਚਾਲੇ ਫੁੱਟ ਪਾਉਣ ਦੀ ਵੀ ਕੋਸ਼ਿਸ਼ ਕਰਨ ਦੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਉੱਤੇ ਲਗਾਏ ਗਏ। 14 ਦਸੰਬਰ ਤੋਂ ਬਾਅਦ ਸਾਂਝਾ ਕਿਸਾਨ ਮੋਰਚੇ ਦੀ ਬੈਠਕ ਹੋਵੇਗੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਕੋਈ ਤਾਲੁਕ ਹੋਣ ਤੋਂ ਵੀ ਇਨਕਾਰ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਗਿਆ। हमने इस आंदोलन को और तेज करने का निर्णय लिया है। 4 पॉइंट जो दिल्ली को जाते हैं, वो 4 पॉइंटों पर हमारा ब्लॉकेज चल रहा है, हमारा धरना चल रहा है। तो हमने सारे देश में इसको बढ़ाने के लिए योजनाएं बनाई हैं। उस योजना से कल 11 बजे शाहजहांपुर से जयपुर दिल्ली वाला जो रोड है उसको रोकने के लिए
हजारों किसान कल 11 बजे वहां से मार्च करेंगे, ट्रैक्टर मार्च करेंगे। शाहजहांपुर से नहीं, राजस्थान से, बॉर्डर से, वहां 11 बजे वो करेंगे। 7 साल में सरकार चल रही है, उन्होंने जो भी कानून बनाया कभी पसा मुड़ के नहीं देखा, चाहे धारा 317 हो, चाहे नागरिकता के सवाल पर हो। पर किसानों का जो साझा संघर्ष है, जिस संघर्ष के सिटे किसानों की बातचीत करके सरकार को मानना पड़ा कि इन बिलों में नुक्स है, किसानों के खिलाफ जाते हैं। अब उस संघर्ष के दबाव थले उन्हें इस कानून को, तीनों कानूनों को रद्द करना पड़ेगा। हम इस उम्मीद से और संघर्ष को इस उम्मीद से लड़ रहे हैं। जो सरकार ने 7 सालों के किसी साथ बात नहीं की, वो किसानों से बात करती है। एक कानून तीनों रद्द होंगे, किसान रद्द करके इन कानूनों को जाएंगे। ਕੀ ਕੁਛ ਇਸ ਦੀ ਰੂਪਰੇਖਾ ਕਰੀ ਜਾ ਰਹੀ ਹੈ? ਅਜੇ ਤੇ ਮੇਰਾ ਇਕੱਲੇ ਦਾ ਹੀ ਫੈਸਲਾ ਹੈ ਤੇ ਅਨਿਸ਼ਚਿਤ ਕਾਲ ਵਾਸਤੇ ਬੈਠਣ ਦਾ ਫੈਸਲਾ ਹੈ। ਕਦੋਂ ਤੋਂ ਤੁਸੀਂ ਇਕੱਲੇ ਬੈਠ ਰਹੇ ਹੋ ਔਰ ਇਹ ਕਿਹੜੀ ਜਗ੍ਹਾ ਤੇ ਇਕੱਲੇ ਬੈਠੋਗੇ? ਇਹ 19 ਤਰੀਕ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ, ਉਸ ਤੋਂ ਬੈਠ ਰਹੇ ਤੇ ਇੱਥੇ ਜਿੱਥੇ ਧਰਨਾ ਸਥਲ ਤੇ ਚੱਲ ਰਿਹਾ ਹੈ ਜੀ ਸਿੰਧੂ ਬਾਰਡਰ ਤੇ, ਉੱਥੇ ਹੀ ਅਸੀਂ ਬੈਠਾਂਗੇ। ਅਨਿਸ਼ਚਿਤ ਕਾਲ ਲਈ ਇਕੱਲੇ ਤੌਰ ਤੇ ਬੈਠੋ ਜੀ? ਅਨਿਸ਼ਚਿਤ ਕਾਲ ਲਈ ਬੈਠਾਂਗੇ, ਇਕੱਲੇ ਬੈਠਾਂਗੇ। ਪਰ ਕੋਈ ਹੋਰ ਵੀ ਆਉਣਾ ਚਾਹੁੰਦਾ ਹੈ ਤੇ ਸਾਡੇ ਜਥੇਬੰਦੀ ਵੱਲੋਂ ਫੈਸਲਾ ਹੋਏ, ਕੋਈ ਹੋਰ ਵੀ ਆਉਣਾ ਚਾਹੁੰਦਾ ਹੈ ਤਾਂ ਉਹ ਆ ਸਕਦਾ ਹੈ। ਤਾਂ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਇੱਕ ਦਿਨ ਦੀ ਭੁੱਖ ਹੜਤਾਲ ਦੇ ਉੱਤੇ ਬੈਠਣਗੀਆਂ ਸਿੰਘੂ ਬਾਰਡਰ ਦੇ ਉੱਤੇ ਹੀ। ਤੇ ਦੂਜੇ ਪਾਸੇ ਜਿਹੜੇ ਚੜੂਨੀ ਨੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 19 ਤਰੀਕ ਤੋਂ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ ਉੱਤੇ ਬੈਠ ਜਾਣਗੇ, ਉਹ ਵੀ ਸਿੰਘੂ ਬਾਰਡਰ ਤੇ ਹੀ ਬੈਠਣਗੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਦੁਸ਼ਯੰਤ ਚੌਟਾਲਾ ਦੀ। ਉਹਨਾਂ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਜਿਵੇਂ ਕਿਸਾਨ ਅੰਦੋਲਨ ਦੇ ਉੱਤੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ 24 ਤੋਂ 48 ਘੰਟਿਆਂ ਦੇ ਵਿੱਚ ਗੱਲਬਾਤ ਦਾ ਸਿੱਟਾ ਨਿਕਲ ਸਕਦਾ। ਕਿਹੜੀ ਗੱਲਬਾਤ? ਜਿਹੜੀ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਚੱਲ ਰਹੀ ਹੈ। ਬੇਸ਼ੱਕ ਇਸ ਸਮੇਂ ਬ੍ਰੇਕ ਹੋਵੇ, ਪਰ ਜ਼ਰੂਰ ਕਿਤੇ ਨਾ ਕਿਤੇ 6 ਗੇੜ ਦੀ ਹੁਣ ਤੱਕ ਮੀਟਿੰਗ ਹੋ ਚੁੱਕੀ ਹੈ। 5 ਅਫੀਸ਼ੀਅਲ ਤੌਰ ਦੇ ਉੱਤੇ ਸੀ ਤੇ ਇੱਕ ਗੈਰ ਰਸਮੀ ਮੁਲਾਕਾਤ ਅਮਿਤ ਸ਼ਾਹ ਦੇ ਨਾਲ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਦੁਸ਼ਯੰਤ ਚੌਟਾਲਾ ਨੇ। ਤੇ ਉਹਨਾਂ ਤੋਂ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਜਦੋਂ ਮੀਡੀਆ ਦੇ ਨਾਲ, ਤੋਂ ਜ਼ਿਕਰ ਕਰਦੇ ਨਜ਼ਰ ਆਏ ਕਿ 24 ਤੋਂ 48 ਘੰਟਿਆਂ ਦੇ ਵਿੱਚ ਇਸ ਪੂਰੀ ਗੱਲਬਾਤ ਦਾ ਸਿੱਟਾ ਨਿਕਲ ਸਕਦਾ ਹੈ। ਤਾਂ ਇੱਕ ਵੱਡਾ ਦਾਅਵਾ ਹੈ, ਇੱਕ ਉਮੀਦ ਦੀ ਕਿਰਨ ਹੈ ਕਿ ਜੇਕਰ ਦੁਸ਼ਯੰਤ ਚੌਟਾਲਾ ਦਾਅਵਾ ਕਰ ਰਹੇ ਨੇ ਤਾਂ ਉਮੀਦ ਕਰਾਂਗੇ ਕਿ ਅਗਲੇ 24-48 ਘੰਟਿਆਂ ਦੇ ਵਿੱਚ ਸਰਕਾਰ ਕੋਈ ਵੱਡਾ ਫੈਸਲਾ ਕਰੇਗੀ। ਕਿਸਾਨਾਂ ਦੇ ਨਾਲ ਮੁਲਾਕਾਤ ਹੋਏਗੀ ਅਗਲੀ 24-48 ਘੰਟਿਆਂ ਦੇ ਵਿੱਚ। ਹਾਲਾਂਕਿ ਹੁਣ ਤੱਕ ਜੋ ਜਾਣਕਾਰੀ ਹੈ ਕਿ 15 ਤਰੀਕ ਨੂੰ ਮੀਟਿੰਗ ਦਾ ਸੱਦਾ ਆਏਗਾ, ਪਰ ਕਿ ਉਸ ਤੋਂ ਪਹਿਲਾਂ ਹੀ ਸਭ ਕੁਝ ਆਲ ਇਜ਼ ਵੈਲ ਹੋਣ ਜਾ ਰਿਹਾ ਹੈ। ਦੁਸ਼ਯੰਤ ਚੌਟਾਲਾ ਦਾ ਬਿਆਨ ਤਾਂ ਇਸ ਵੱਲ ਹੀ ਇਸ਼ਾਰਾ ਕਰਦਾ ਹੈ। ਕੀ ਕੁਝ ਉਹਨਾਂ ਨੇ ਕਿਹਾ ਹੈ ਉਹ ਸੁਣੋ। 6 दौर की लंबी बातचीत किसान संगठनों के लीडर्स में और सेंट्रल गवर्नमेंट में रही है और मैं होपफुल हूँ जिस तरीके से चर्चा केंद्र सरकार कर रही है कि वो भी चाहती है कि इस पे नतीजे निकले और जिससे किसानी का भी लाभ हो। जो उनके सुझाव थे केंद्र ने लिखित में अधिकतम मानने का काम किया है। 1-2 सुझावों पे कहीं आज भी कोई स्टैंड ऑफ है तो उसको केंद्र भी क्लियर करने को तैयार है, मगर चर्चा वार्ता का ही नतीजे लेकर आएगा। और मैं उम्मीद रखता हूं कि अगले 24 से 48 घंटे के बीच में फाइनल दौर की चर्चा कर इस पे कुछ कंक्लूसिव केंद्र सरकार और किसान संगठन रिजल्ट ला पाए। ਤਾਂ ਉਮੀਦਾਂ ਤਾਂ ਬਹੁਤ ਨੇ। ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਦੁਸ਼ਯੰਤ ਚੌਟਾਲਾ ਦੇ ਦਾਅਵੇ ਦੇ ਵਿੱਚ ਦਮ ਹੋਵੇ ਤੇ ਅਗਲੇ 48 ਘੰਟਿਆਂ ਦੇ ਵਿੱਚ ਹੀ ਸਹੀ ਗੱਲਬਾਤ ਦੇ ਜ਼ਰੀਏ ਇਸ ਪੂਰੇ ਮਾਮਲੇ ਦਾ ਸਿੱਟਾ ਨਿਕਲ ਆਏ। ਪਰ ਇਸ ਸਭ ਦੇ ਵਿਚਾਲੇ ਮੁਲਾਕਾਤਾਂ ਦਾ ਦੌਰ ਜਾਰੀ ਹੈ। ਕਿਸਾਨ ਅੰਦੋਲਨ ਦੇ ਵਿਚਾਲੇ ਖੇਤੀਬਾੜੀ ਮੰਤਰੀ ਦੇ ਵੱਲੋਂ ਮੁਲਾਕਾਤਾਂ ਦਾ ਦੌਰ ਜਾਰੀ ਹੈ। ਪੰਜਾਬ ਅਤੇ ਹਰਿਆਣਾ ਦੇ ਆਗੂਆਂ ਦੇ ਨਾਲ ਮੁਲਾਕਾਤ। ਜਿਵੇਂ ਕਿਸਾਨ ਅੰਦੋਲਨ ਨੂੰ ਲੈ ਕੇ ਇਸ ਦੇ ਵਿੱਚ ਚਰਚਾ ਤਾਂ ਲਾਜ਼ਮੀ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਮੁਲਾਕਾਤਾਂ ਚੱਲ ਰਹੀਆਂ ਨੇ ਤਾਂ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਜ਼ਰੂਰ ਗੱਲਬਾਤ ਦੇ ਜ਼ਰੀਏ ਹੱਲ ਨਿਕਲੇ ਤੇ ਜਿਹੜਾ ਇਹ ਪੂਰਾ ਅੰਦੋਲਨ ਹੈ, ਜਿਹੜੇ ਕਿਸਾਨ ਉੱਥੇ ਆਏ ਨੇ ਉਹ ਵੀ ਆਪਣੇ ਘਰਾਂ ਦੇ ਵੱਲ ਪਰਤ ਜਾਣ। ਪੰਕਜ ਕਬਾਈ ਫੋਨ ਲਾਈਨ ਤੇ ਸਾਡੇ ਨਾਲ ਨੇ ਇਸ ਸਮੇਂ। ਪੰਕਜ ਦਾ ਰੁਖ ਕਰਦੇ ਹਾਂ। ਪੰਕਜ, ਮੁਲਾਕਾਤਾਂ ਦਾ ਦੌਰ ਜਾਰੀ ਤੇ ਮੁਲਾਕਾਤਾਂ ਦੇ ਵਿਚਾਲੇ ਜਿਹੜੇ ਆਗੂ ਨੇ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਲਗਾਤਾਰ ਖੇਤੀਬਾੜੀ ਮੰਤਰੀ ਦੀ। ਬਿਲਕੁਲ ਗੌਰਵ, ਇਹ ਪਹਿਲੀ ਵਾਰ ਹੈ ਕਿ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਦਿੱਲੀ ਸੱਦੀ ਗਈ ਔਰ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਕਿਉਂਕਿ ਅਜੇ ਤੱਕ ਸੁਰਜੀਤ ਜੈਨੀ ਔਰ ਜੋ ਨੇ ਸੋਮ ਪ੍ਰਕਾਸ਼ ਹੋਰੀ ਔਰ ਨਾਲ ਹੀ ਨਾਲ ਹਰਜੀਤ ਸਿੰਘ ਗਰੇਵਾਲ, ਇਹ ਤਿੰਨੋਂ ਲੀਡਰ ਨਜ਼ਰ ਆ ਰਹੇ ਸੀਗੇ।
ਬਾਕੀ ਪੰਜਾਬ ਦੀ ਬੀਜੇਪੀ ਜਿਹੜੀ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਔਰ ਇਸੇ ਵਜ੍ਹਾ ਕਰਕੇ ਕਿਉਂਕਿ ਜਿੱਥੇ ਕੇਂਦਰ ਸਰਕਾਰ ਦੇ ਮੰਤਰੀ ਕਿਸਾਨਾਂ ਨੂੰ ਸਮਝਾਉਣ ਦੀ ਕਵਾਇਦ 'ਚ ਲੱਗੇ ਨੇ ਤਾਂ ਉੱਥੇ ਹੀ ਪੰਜਾਬ ਬੀਜੇਪੀ ਨੂੰ ਵੀ ਦਿੱਲੀ ਸੱਦ ਕੇ ਅੱਗੇ ਦੀ ਰਣਨੀਤੀ ਘੜੀ ਜਾ ਰਹੀ ਹੈ ਕਿ ਕਿਵੇਂ ਅੰਦੋਲਨ ਨੂੰ ਖਤਮ ਕੀਤਾ ਜਾਵੇ ਔਰ ਕਿਸ ਤਰੀਕੇ ਨਾਲ ਮਸਲੇ ਦਾ ਹੱਲ ਨਿਕਲ ਸਕਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਤੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਪਹੁੰਚੇ ਹੋਏ ਨੇ। ਅਜਿਹੇ 'ਚ ਪੰਜਾਬ ਬੀਜੇਪੀ ਦੀ ਵੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਲੇਕਿਨ ਪਿਛਲੇ ਦਿਨਾਂ 'ਚ ਗੌਰਵ ਕਿਤੇ ਵੀ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨਜ਼ਰ ਨਹੀਂ ਆਈ ਗਰਾਊਂਡ ਦੇ ਉੱਤੇ ਔਰ ਹੁਣ ਇਸੇ ਵਜ੍ਹਾ ਕਰਕੇ ਦਿੱਲੀ ਸੱਦਿਆ ਗਿਆ ਔਰ ਗੱਲਬਾਤ ਜਿਹੜੀ ਉਹ ਪੰਜਾਬ ਬੀਜੇਪੀ ਨਾਲ ਕੀਤੀ ਜਾ ਰਹੀ ਹੈ ਕਿ ਅੱਗੇ ਕਿਵੇਂ ਰਣਨੀਤੀ ਜਿਹੜੀ ਉਹ ਘੜੀ ਜਾਏਗੀ। शुक्रिया पंकज, धन्यवाद ਸਾਡੇ ਨਾਲ ਇਸ ਪੂਰੀ ਗੱਲਬਾਤ ਦੇ ਲਈ। ਅੱਗੇ ਵੀ ਤੁਹਾਡੇ ਤੋਂ ਜਾਣਕਾਰੀ ਇਸ ਤਰੀਕੇ ਨਾਲ ਮੁਲਾਕਾਤਾਂ ਦੇ ਦੌਰ ਨੂੰ ਲੈ ਕੇ ਲੈਂਦੇ ਰਹਾਂਗੇ। ਸ਼ੁਕਰੀਆ ਫਿਲਹਾਲ ਇਸ ਪੂਰੀ ਗੱਲਬਾਤ ਦੇ ਲਈ। उधर अकाली दल और कांग्रेस दोवां ने किसान अंदोलन को लैके केंद्र ते सवाल चुके ने। सुखबीर बादल ने किसान अंदोलन को बदनाम करने की साजिश के इल्जाम लगाए तो जाखड़ कैप्टन सरकार को ही अस्थिर करने की कोशिश के इल्जाम केंद्र के उत्ते मढ़ते नजर आए। जो रवैया सेंटर का सरकार दा जो बयान सेंटर की सरकार दे रही है इन्हां योद्धियां के खिलाफ परिवारों के खिलाफ जिन्हां ने अपने कई लोग जिन्हां दे अपने शहीद भी हो गए हैं, कल्ला एक छोटी चीज चाहते हैं कि वह कानून साडे ते ना लागू होण। श्रोमणी अकाली दल सारे पंजाबियों को एक बेनती करना चाहती है कि बड़ियां कोशिशां होणगियां हुण हिंदू सिख भाईचारे विच वंडा पाउण दियां, हिंदू मुसलमान विच सारे धर्मां विच हुण धर्म की लड़ाई संघर्ष नूं एक धर्म की लड़ाई बनाउण दी। माननीय हमारे मुख्यमंत्री कैप्टन साहब से जब ये सवाल किया गया कि आप एक किसानों के संघर्ष को समर्थन दे रही है सरकार, तो सरकार केंद्र सरकार आपको डिसमिस कर देगी, तो उन्होंने कहा था मेरे को डिसमिस करने की इनको आवश्यकता ही नहीं है। गवर्नर को फोन करने की बजाय मुझे फोन करें, मैं अपना इस्तीफा ऊपर वाली जेब में लेके घूमता मारूंगा चला के। ये अकालियों की सरकार नहीं है जिन्होंने अपनी कुर्सी केंद्र में बचाने के लिए पहले पंथ की पीठ में छुरा मारा, अब किसानों के साथ गद्दारी की है, किसानों को बेचा। ਤਾਂ ਸਿਆਸਤ ਹੋ ਰਹੀ ਹੈ। ਦੂਜੇ ਪਾਸੇ ਪੂਰਾ ਮਾਮਲਾ ਸੁਪਰੀਮ ਕੋਰਟ ਪਹੁੰਚ ਚੁੱਕਿਆ ਹੈ। ਖੇਤੀ ਕਾਨੂੰਨਾਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈ ਹੋਵੇਗੀ 16 ਦਸੰਬਰ ਨੂੰ ਚੀਫ ਜਸਟਿਸ ਆਫ ਇੰਡੀਆ ਦੀ ਬੈਂਚ ਇਸ ਕੇਸ ਦੀ ਸੁਣਵਾਈ ਕਰੇਗੀ। ਸੀਜੇਆਈ ਬੋਬਡੇ, ਏਐਸ ਬੋਪੰਨਾ ਤੇ ਵੀ ਰਾਮਾ ਸੁਬਰਮਣਿਅਮ ਦੀ ਬੈਂਚ ਇਹਨਾਂ ਤਿੰਨ ਪਟੀਸ਼ਨਾਂ ਦੇ ਉੱਤੇ ਇਕੱਠਿਆਂ ਸੁਣਵਾਈ ਕਰੇਗੀ। ਇਹਨਾਂ ਦੇ ਵਿੱਚ ਇੱਕ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ। ਦੋ ਹੋਰ ਪਟੀਸ਼ਨਾਂ ਨੇ। ਪਟੀਸ਼ਨਾਂ ਦੇ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਗਈ। उधर नौकरी दाते लगा के किसान अंदोलन का हिस्सा बने डॉक्टर अशोक न्यूज़ 18 का हुण शुक्रिया कर रहे हैं। दरअसल राजस्थान के इस डॉक्टर ने छुट्टी ना मिलने की वजह करके अस्तीफा ही दे दिता सी, पर न्यूज़ 18 ते खबर नशर होने तो बाद राहुल गांधी ने दखल दिता और उन्हों की नौकरी बच गई, उन्होंने छुट्टी अप्रूव हो गई। न्यूज़ 18 पंजाब लगातार लोगों के मुद्दे चुकता है और अंजाम तक भी पहुंचाने की कोशिश की जाती है। कल असी एक खबर दिखाई सी कि किस तरीके दे नाल किसानी अंदोलन च पहुंचे एक सरकारी डॉक्टर की नौकरी चली गई सी, लेकिन जदों प्रमुखता दे नाल न्यूज़ 18 ने इस खबर नूं दिखाया तो राहुल गांधी के दफ्तर ने राजस्थान सरकार नाल गलबात की, राजस्थान के मुख्यमंत्री नाल गलबात की और डॉक्टर साहब नूं जिहड़ी है वो छुट्टी मिल गई है क्योंकि डॉक्टर साहब इत्थे खास तौर पर किसानों के लिए अंदोलन च पहुंचे सीगे। छुट्टी मंगी सीगी लेकिन सरकार ने छुट्टी देने तो मना कर दिता और कार्रवाई जिहड़ी है वो डॉक्टर साहब के उत्ते कर दी क्योंकि राजस्थान दे विच कांग्रेस की सरकार है। ये मसला जदों राहुल गांधी तक पहुंचा तो राहुल गांधी ने राजस्थान के मुख्यमंत्री अशोक गहलोत के नाल गलबात की और इन्हां नूं बकायदा तौर पर छुट्टी सुवाई। डॉक्टर साहब छुट्टी मिल गई है की छुट्टी दे विच लिखिया कल तक तुसीं काफ़ी परेशान सीगे जदों इत्थे पहुंचे हुए सीगे कि सरकारी नौकरी है तुहाडी और सरकारी नौकरी कोई छड्डदा नहीं, तुसीं किसानां लई इत्थे पहुंचे तो पिछों तुहानूं VRS दित्ती जा रही सीगी, सस्पेंशन हो रही सीगी तुहाडी। सब आप लोगों की मेहरबानी है, न्यूज़ 18 पंजाब का सारा सहयोग है जिसकी वजह से ये संभव हो पाया। और फिर मेरे को AICC से मीडिया सेल से मेरे को फ़ोन आया कि राहुल जी बात करना चाहते हैं। मैं फ़ोन पिकअप नहीं कर पाया, लेकिन फिर उसके बाद में वापस मैंने जब उस नंबर पे कॉल किया तो मीडिया सेल ने बोला कि हमने आगे बात की है राजस्थान सरकार से, आपको कोई दिक्कत नहीं आएगी। और रात को ही मेरा ऑर्डर ऑफिस खुला के रात को ही